ਕਰਮਾਂ ਵਾਲੀ। ਮੇਰੇ ਵਿਆਹ ਨੂੰ ਕਰੀਬ 1.25 ਕੁ ਮਹੀਨਾ ਹੋ ਚੁੱਕਿਆ ਸੀ। ਅਸੀਂ ਦੋਵੇਂ ਜੀ ਨੌਕਰੀ ਕਰਦੇ ਸੀ। ਇਸੇ ਕਰਕੇ 15 ਕੁ ਦਿਨਾਂ ਦੀਆਂ ਛੁੱਟੀਆਂ ਹੋਰ ਲੈ ਕੇ 2 ਮਹੀਨੇ ਪਰਿਵਾਰ ਨਾਲ ਰਹਿ ਕੇ ਅਸੀਂ ਵਿਆਹ ਤੋਂ ਪਹਿਲਾਂ ਦੀ ਪਲੈਨਿੰਗ ਅਨੁਸਾਰ ਚੰਡੀਗੜ੍ਹ ਵਾਲੇ ਫਲੈਟ ਵਿੱਚ ਸ਼ਿਫਟ ਹੋ ਗਏ। ਪਰ ਹੁਣ ਛੋਟੀ ਜਿਹੀ ਪ੍ਰੋਬਲਮ ਇਹ ਸੀ ਕਿ ਹਰਵਿੰਦਰ ਦੀ ਜੋਬ 10:30 ਤੋਂ ਲੈ ਕੇ 7 ਵਜੇ ਤੱਕ ਦੀ ਸੀ, ਜਦੋਂ ਕਿ ਮੇਰੀ 9 to 5 ਸੀ। ਇਸੇ ਕਰਕੇ ਮੈਂ ਹਰਵਿੰਦਰ ਤੋਂ 2 ਘੰਟੇ ਪਹਿਲਾਂ ਜਲਦੀ ਘਰ ਆ ਜਾਂਦੀ ਸੀ। 2 ਜੀਆਂ ਦਾ ਰੋਟੀ ਟੁੱਕ ਸਵੇਰੇ ਨਾਲ ਹੀ ਤਿਆਰ ਕਰ ਲਈਦਾ ਸੀ। ਇਸ ਕਰਕੇ ਉਹ ਮੇਰੇ 2 ਘੰਟੇ ਬੜੀ ਮੁਸ਼ਕਲ ਨਾਲ ਨਿਕਲਦੇ। ਥੋੜੇ ਦਿਨਾਂ ਬਾਅਦ ਜਦੋਂ ਜ਼ਿੰਦਗੀ ਬਹੁਤ ਬੋਰੀਅਤ ਮਹਿਸੂਸ ਹੋਣ ਲੱਗੀ ਤਾਂ ਮੈਂ ਫੈਸਲਾ ਕੀਤਾ ਕਿ 2 ਘੰਟੇ ਸਾਹਮਣੇ ਵਾਲੀ ਪਾਰਕ ਵਿੱਚ ਜਾਇਆ ਜਾਵੇ। ਇਸੇ ਕਰਕੇ ਮੈਂ ਅੱਜ ਆਉਣ ਸਾਰ ਅੱਧਾ ਕੁ ਘੰਟਾ ਰੈਸਟ ਕੀਤਾ ਤੇ ਪਾਰਕ ਵਿੱਚ ਹੇਠਾਂ ਚਲੀ ਗਈ। ਪਾਰਕ ਦੀ ਚਹਿਲ ਪਹਿਲ ਵਿੱਚ ਵਕਤ ਬਹੁਤ ਵਧੀਆ ਗੁਜ਼ਰ ਗਿਆ। ਕਈ ਦਿਨ ਹੋ ਚੁੱਕੇ ਹਨ ਪਾਰਕ ਜਾਂਦੇ। ਕਈ ਦਿਨਾਂ ਬਾਅਦ ਮੈਂ ਨੋਟਿਸ ਕੀਤਾ ਕਿ ਇੱਕ ਨਿੱਕੀ ਜਿਹੀ 10 ਸਾਲਾਂ ਦੀ ਬੱਚੀ ਮੈਨੂੰ ਬਹੁਤ ਗੌਰ ਨਾਲ ਵੇਖਦੀ ਰਹਿੰਦੀ ਹੈ। ਪਹਿਲਾਂ ਮੈਂ ਕੁਝ ਧਿਆਨ ਨਹੀਂ ਦਿੱਤਾ, ਪਰ ਇੱਕ ਦਿਨ ਮੈਂ ਵੇਖਿਆ, ਜਦੋਂ ਤੱਕ ਮੈਂ ਘਰ ਦੀ ਬਾਲਕਨੀ ਵਿੱਚ ਆ ਕੇ ਮੁੜ ਪਾਰਕ ਵੱਲ ਝਾਤੀ ਨਹੀਂ ਮਾਰ ਲਈ, ਉਹ ਉਦੋਂ ਤੱਕ ਮੈਨੂੰ ਮੁੜ ਕੇ ਵੇਖਦੀ ਰਹਿੰਦੀ ਹੈ। ਮੈਂ ਹਰਵਿੰਦਰ ਨੂੰ ਦੱਸਿਆ ਤਾਂ ਉਹਨਾਂ ਨੇ ਕਿਹਾ ਕਿ ਨਵੀਆਂ ਵਿਆਹੀਆਂ ਸੋਹਣੀਆਂ ਲੱਗਦੀਆਂ ਹੁੰਦੀਆਂ, ਕੀ ਪਤਾ ਤੂੰ ਵੀ ਉਸਨੂੰ ਸੋਹਣੀ ਲੱਗਦੀ ਹੋ ਸਕਦਾ ਹੈ ਹਰਵਿੰਦਰ, ਆਖਦੀ ਨੇ। ਮੈਂ ਹਰਵਿੰਦਰ ਦੀ ਗੱਲ ਵਿੱਚ ਸਹਿਮਤੀ ਜਤਾ ਦਿੱਤੀ, ਪਰ ਅਗਲੇ ਦਿਨ ਧਿਆਨ ਨਾਲ ਵੇਖਿਆ ਕਿ ਉਹ ਮੈਨੂੰ ਵੇਖ ਕੇ ਖੁਸ਼ ਹੁੰਦੀ ਹੈ, ਪਰ ਮੇਰੇ ਚੂੜੇ ਨੂੰ ਵੇਖ ਕੇ ਉਦਾਸ ਹੋ ਜਾਂਦੀ ਹੈ। ਹੁਣ ਲੱਗਦਾ ਸੀ ਉਸ ਨੂੰ ਜਾ ਕੇ ਪੁੱਛ ਲਵਾਂ, ਪਰ ਸਵਾਲ ਜਵਾਬ ਕਰਨ ਤੋਂ ਪਹਿਲਾਂ ਮੈਂ ਚੰਗੀ ਤਰ੍ਹਾਂ ਉਸ ਵਿੱਚ ਰਚਨਾ ਬਿਹਤਰ ਸਮਝਿਆ। ਇਸ ਕਰਕੇ ਮੈਂ ਅਗਲੇ ਦਿਨ ਉਹਦੇ ਕੋਲ ਜਾ ਕੇ ਬੈਠ ਗਈ ਤੇ ਉਸ ਨੂੰ ਇੰਨੀ ਜ਼ਿਆਦਾ ਖੁਸ਼ੀ ਸੀ ਕਿ ਸੂਰਜ ਦੀਆਂ ਰਿਸ਼ਮਾਂ ਵੀ ਉਸ ਅੱਗੇ ਫਿੱਕੀਆਂ ਪੈ ਰਹੀਆਂ ਸੀ। ਮੈਂ ਕਦੇ ਚੋਕਲੇਟ ਲੈ ਕੇ ਜਾਂਦੀ ਤਾਂ ਉਹ ਹੋਰ ਵੀ ਖੁਸ਼ ਹੁੰਦੀ। ਏਦਾਂ ਕੁਝ ਦਿਨ ਉਸ ਨਾਲ ਆਪਣਤ ਜਿਹੀ ਬਣ ਗਈ। ਅੱਜ ਵੀ ਜਦੋਂ ਮੈਂ ਗਈ ਤਾਂ ਮੈਨੂੰ ਵੇਖਦਿਆਂ ਸਾਰ ਉਹਦਾ ਚਿਹਰਾ ਖਿੜ ਗਿਆ। ਫਿਰ ਮੈਂ ਉਹਦੇ ਕੋਲ ਜਾ ਕੇ ਬੈਠ ਗਈ। ਮੈਂ ਉਸ ਨੂੰ ਬੜੇ ਪਿਆਰ ਨਾਲ ਪੁੱਛਿਆ, ਤੇਰਾ ਨਾਂ ਕੀ ਹੈ? ਹੌਲੇ ਜਿਹੇ ਉਸਨੇ ਜਵਾਬ ਦਿੰਦੇ ਨੇ ਕਿਹਾ, ਸਾਂਝ। ਬਈ ਨਾਮ ਤਾਂ ਬੜਾ ਪਿਆਰਾ ਹੈ ਤੇਰਾ, ਸਾਂਝ। ਮੈਂ ਵੀ ਆਪਣੀ ਬੇਟੀ ਦਾ ਨਾਂ ਸਾਂਝ ਰੱਖਣਾ ਹੈ। ਉਹਨੇ ਮੈਨੂੰ ਇੱਕਦਮ ਵਿੱਚ ਟੋਕਦਿਆਂ ਕਿਹਾ, ਨਹੀਂ, ਤੁਸੀਂ ਆਪਣੇ ਬੇਟੇ ਦਾ ਨਾਮ ਸਾਂਝ ਰੱਖਿਓ, ਬੇਟੀ ਦਾ ਨਹੀਂ। ਮੈਂ ਬੜੀ ਹੈਰਾਨੀ ਨਾਲ ਉਸ ਵੱਲ ਦੇਖਿਆ ਕਿ ਉਸ ਬੱਚੀ ਨੇ ਐਦਾਂ ਕਿਉਂ ਬੋਲਿਆ, ਪਰ ਗੱਲ ਟਾਲਦੀ ਨੇ ਉਸ ਨੂੰ ਦੂਸਰੀ ਵਾਰ ਪੁੱਛਿਆ, ਕੀ ਤੂੰ ਮੈਨੂੰ ਇਸ ਤਰ੍ਹਾਂ ਕਿਉਂ ਵੇਖਦੀ ਹੈ? ਤੇ ਉਹਨੇ ਬੜੇ ਪਿਆਰ ਨਾਲ ਜਵਾਬ ਦਿੱਤਾ, ਦੀਦੀ ਜੀ, ਤੁਸੀਂ ਮੇਰੀ ਵੱਡੀ ਭੈਣ ਵਰਗੇ ਹੋ, ਤੁਸੀਂ ਮੈਨੂੰ ਜਮਾਂ ਹੀ ਉਹਨਾਂ ਵਰਗੇ ਲੱਗਦੇ ਹੋ। ਉਹ ਅੱਛਾ ਜੀ, ਹੁਣ ਕਿੱਥੇ ਹੈ ਤੇਰੀ ਵੱਡੀ ਦੀਦੀ? ਮੇਰੇ ਪੁੱਛਣ ਤੇ ਇੱਕਦਮ ਉਹ ਮਾਯੂਸ ਹੋ ਗਈ। ਮੈਂ ਉਸ ਤੋਂ ਉਸ ਦੀ ਮਾਯੂਸੀ ਦਾ ਕਾਰਨ ਪੁੱਛਿਆ, ਪਰ ਉਹ ਚੁੱਪ ਹੀ ਰਹੀ। ਕੁਝ ਦੇਰ ਮੇਰੇ ਵੱਲ ਵੇਖਦੀ ਰਹੀ, ਫਿਰ ਕਹਿੰਦੀ, ਵਾਹਿਗੁਰੂ ਜੀ ਕੋਲ। ਉਸ ਦਾ ਜਵਾਬ ਸੁਣ ਕੇ ਮੈਂ ਭਾਵੁਕ ਜਿਹਾ ਹੋ ਗਈ। ਮੈਂ ਫਿਰ ਉਸ ਨੂੰ ਬੁੱਕਲ ਵਿੱਚ ਲਿਆ ਤੇ ਚੋਕਲੇਟ ਦੇ ਦਿੱਤੀ। ਮਿੰਨੀ ਜਿਹੀ ਮੁਸਕਰਾਹਟ ਦੇ ਨਾਲ ਉਸ ਨੂੰ ਚੋਕਲੇਟ ਫੜ ਲਈ। ਇਸ ਤੋਂ ਪਹਿਲਾਂ ਅਸੀਂ ਦੋਵੇਂ ਕੁਝ ਹੋਰ ਗੱਲਾਂ ਕਰਦੀਆਂ ਤੇ ਹਰਵਿੰਦਰ ਦੀ ਕਾਲ ਆ ਗਈ। ਕਿਵੇਂ ਬਾਣੀ, ਅੱਜ ਪਾਰਕ ਵਿੱਚ ਹੀ ਬੈਠੀ ਰਹੇਂਗੀ ਪੁੱਤ, ਘਰ ਨਹੀਂ ਆਉਣਾ? ਹਾਂਜੀ, ਹੁਣੇ ਆਈ, ਆਖਦੇ ਮੈਂ ਫੋਨ ਕੱਟ ਦਿੱਤਾ। ਅਗਲੇ ਹੀ ਪਲ ਇੱਕ ਹੋਰ ਔਰਤ ਨੇ ਸਾਂਝ ਨੂੰ ਹਾਕ ਮਾਰੀ ਤੇ ਉਹ ਉੱਥੇ ਚਲੇ ਗਈ। ਘਰ ਆ ਕੇ ਮੈਂ ਹਰਵਿੰਦਰ ਨੂੰ ਸਭ ਕੁਝ ਦੱਸਿਆ। ਉਸ ਦਿਨ ਸਾਰੀ ਰਾਤ ਮੈਨੂੰ ਨੀਂਦ ਨਹੀਂ ਆਈ। ਨਿੱਕੀ ਜਿਹੀ ਕੁੜੀ ਦੇ ਮੂੰਹੋਂ ਇਹ ਸੁਣ ਕੇ ਮੈਂ ਬਹੁਤ ਹੈਰਾਨ ਸੀ। ਅਗਲੇ ਦਿਨ ਪਾਰਕ ਵਿੱਚ ਗਈ, ਪਰ ਸਾਂਝ ਕਿਤੇ ਨਜ਼ਰ ਨਾ ਆਈ। ਬੜਾ ਪਰੇਸ਼ਾਨ ਹੋ ਗਈ। ਕਈ ਦਿਨ ਹੋ ਗਏ ਸੀ ਹੁਣ ਸਾਂਝ ਪਾਰਕ ਵਿੱਚ ਦਿਖਾਈ ਨਹੀਂ ਸੀ ਦਿੰਦੀ। ਪਰ ਇੱਕ ਦਿਨ ਮੈਂ ਬਾਲਕਨੀ ਵਿੱਚ ਖੜੀ ਸੀ ਤੇ ਅਚਾਨਕ ਉਸ ਦਿਨ ਪਾਰਕ ਵਿੱਚ ਉਹੀ ਔਰਤ ਦਿਸ ਗਈ ਜਿਸ ਨੇ ਸਾਂਝ ਨੂੰ ਉਸ ਦਿਨ ਹਾਕ ਮਾਰੀ ਸੀ। ਮੈਂ ਹਰਵਿੰਦਰ ਨੂੰ ਕਿਹਾ, ਚਲੋ ਜੀ ਜਲਦੀ ਨੀਚੇ ਚੱਲੀਏ। ਅਸੀਂ ਦੋਵੇਂ ਜਾ ਕੇ ਉਸ ਔਰਤ ਕੋਲ ਰੁਕ ਗਏ ਤੇ ਸਾਂਝ ਬਾਰੇ ਉਸ ਤੋਂ ਪੁੱਛਣ ਦੀ ਕੋਸ਼ਿਸ਼ ਕੀਤੀ। ਉਹ ਸਾਡੇ ਦੋਵਾਂ ਨਾਲ
ਉੱਥੇ ਬੈਂਚ ਤੇ ਬੈਠ ਗਈ ਤੇ ਆਖਣ ਲੱਗੀ, ਸਾਂਝ ਇੱਕ ਅਨਾਥ ਬੱਚੀ ਹੈ। ਇੱਕ ਹਾਦਸੇ ਵਿੱਚ ਮਾਪਿਓ ਰੱਬ ਨੂੰ ਪਿਆਰੇ ਹੋ ਗਏ ਤੇ ਵੱਡੀ ਭੈਣ ਚਾਚੇ ਨੇ ਦਾਜ ਦੇ ਲੋਭੀਆਂ ਨਾਲ ਵਿਆਹ ਦਿੱਤੀ। 5 ਮਹੀਨੇ ਦੀ ਪ੍ਰੈਗਨੈਂਸੀ ਦੌਰਾਨ ਪਤਾ ਲੱਗਿਆ ਕਿ ਉਸਦੇ ਪੇਟ ਵਿੱਚ ਕੁੜੀ ਪਲ ਰਹੀ ਹੈ। ਸਾਰਿਆਂ ਨੇ ਸਫਾਈ ਕਰਵਾਉਣ ਲਈ ਕਿਹਾ ਤੇ ਉਸਨੇ ਸਾਫ਼ ਇਨਕਾਰ ਕਰ ਦਿੱਤਾ। ਇਸ ਲੜਾਈ ਝਗੜੇ ਵਿੱਚ ਉਸਦੇ ਹੀ ਘਰ ਵਾਲੇ ਨੇ ਉਸਦਾ ਗਲਾ ਘੋਟ ਦਿੱਤਾ ਤੇ ਉਹ ਦੁਨੀਆ ਤੋਂ ਰੁਖਸਤ ਹੋ ਗਈ। ਮੈਂ ਸਾਂਝ ਦੀ ਵੱਡੀ ਭੈਣ ਸੁਖ ਦੀ ਸਹੇਲੀ ਹਾਂ। ਸਭ ਕੁਝ ਸੁਣ ਕੇ ਮੈਂ ਹੈਰਾਨੀ ਨਾਲ ਪੁੱਛਿਆ, ਸਾਂਝ ਕਿੱਥੇ ਹੈ? ਉਸਨੇ ਇੱਕ ਲੰਮਾ ਹੋਂਕਾ ਭਰਿਆ ਤੇ ਕਿਹਾ, ਬਹੁਤ ਪਿਆਰੀ ਹੈ ਸਾਂਝ, ਸ਼ਾਇਦ ਇਸ ਲਈ ਰੱਬ ਉਹਨੂੰ ਆਪਣੇ ਕੋਲ ਬੁਲਾਉਣ ਲਈ ਫਿਰਦਾ ਹੈ। ਮੈਂ ਇੱਕਦਮ ਭਮੱਤਰ ਕੇ ਉਸਨੂੰ ਪੁੱਛਿਆ, ਮਤਲਬ? ਅੱਗੋਂ ਉਸਦਾ ਜਵਾਬ ਸੀ, ਮਤਲਬ ਸਾਂਝ ਦੇ ਫੇਫੜੇ ਖਰਾਬ ਨੇ, ਉਸਨੂੰ ਸਾਹ ਲੈਣ ਵਿੱਚ ਬਹੁਤ ਪਰੇਸ਼ਾਨੀਆਂ ਆਉਂਦੀਆਂ ਨੇ। ਡੋਨਰ ਮਿਲਿਆ ਸੀ ਪਰ ਆਪਰੇਸ਼ਨ ਲਈ ਜਿੰਨੀ ਰਕਮ ਚਾਹੀਦੀ ਹੈ ਉਹ ਮੇਰੇ ਕੋਲ ਨਹੀਂ ਹੈ। ਉਸ ਬੱਚੇ ਦੀ ਜ਼ਿੰਦਗੀ ਦੇ ਬਹੁਤ ਘੱਟ ਦਿਨ ਰਹਿ ਗਏ ਨੇ, ਇਸ ਕਰਕੇ ਮੈਂ ਉਸ ਨੂੰ ਰੋਜ਼ ਪਾਰਕ ਵਿੱਚ ਲੈ ਆਉਣੀ ਆ। ਪਰ ਮੈਂ ਵੀ ਕਈ ਦਿਨਾਂ ਤੋਂ ਦੇਖ ਰਹੀ ਹਾਂ ਉਹ ਤੁਹਾਡੇ ਨਾਲ ਬੜਾ ਖੁੱਲ੍ਹ ਗਈ। ਤੁਸੀਂ ਬਿਲਕੁਲ ਸੁੱਖ ਵਰਗੇ ਹੋ। ਫਿਰ ਮੈਂ ਇੱਕਦਮ ਉਹਨਾਂ ਨੂੰ ਪੁੱਛਿਆ ਕਿ ਉਹ ਮੇਰਾ ਚੂੜਾ ਵੇਖ ਕੇ ਕਿਉਂ ਉਦਾਸ ਹੁੰਦੀ ਸੀ। ਤਾਂ ਉਸਨੇ ਕਿਹਾ, ਕਿਉਂਕਿ ਉਹਨੂੰ ਲੱਗਦਾ ਹੈ ਜਦੋਂ ਤੋਂ ਭੈਣ ਨੇ ਚੂੜਾ ਪਾਇਆ ਸੀ ਉਹ ਸਾਂਝ ਕੋਲੋਂ ਦੂਰ ਹੋ ਗਈ। ਉਸ ਦਿਨ ਬਸ ਮੈਂ ਸਾਂਝ ਬਾਰੇ ਹੀ ਸੋਚਦੀ ਰਹੀ। ਮੈਂ ਹਰਵਿੰਦਰ ਨੂੰ ਕਿਹਾ ਕਿ ਆਪਾਂ ਕੁਝ ਨਾ ਸਾਂਝ ਵਾਸਤੇ ਕੁਝ ਕਰੀਏ, ਪਰ ਸਾਰਾ ਹਿਸਾਬ ਕਿਤਾਬ ਜੋੜ ਕੇ ਵੀ ਸਾਂਝ ਦੇ ਆਪਰੇਸ਼ਨ ਜਿੰਨੇ ਪੈਸੇ ਨਹੀਂ ਸੀ ਜੁੜ ਰਹੇ। ਵਿਆਹ ਦੇ ਖਰਚੇ ਉੱਪਰੋਂ ਨਵਾਂ ਫਲੈਟ ਬਣਿਆ ਸੀ, ਇਸ ਕਰਕੇ FD ਵੀ ਤੜਾ ਲਈ ਸੀ। ਪਰ ਸ਼ਾਇਦ ਰੱਬ ਨੇ ਸਾਂਝ ਨਾਲ ਸਾਡੀ ਸਾਂਝ ਚੁਣੀ ਸੀ। ਅਗਲੇ ਦਿਨ ਹੀ ਹਰਵਿੰਦਰ ਨੂੰ ਆਫਿਸ ਤੋਂ ਫੋਨ ਆਇਆ ਕਿ ਉਹਨਾਂ ਨੂੰ ਕੰਪਨੀ ਵੱਲੋਂ ਪੈਰਿਸ ਟਰੈਵਲ ਪੈਕੇਜ ਗਿਫਟ ਕੀਤਾ ਜਾ ਰਿਹਾ ਹੈ। ਉਹ ਇਸ ਨੂੰ ਸਕਿਪ ਕਰਕੇ ਪੈਸੇ ਵੀ ਲੈ ਸਕਦੇ ਨੇ। ਸਾਨੂੰ ਦੋਵਾਂ ਨੂੰ ਇਸ ਤੋਂ ਵਧੀਆ ਹੋਰ ਕੋਈ ਤਰੀਕਾ ਨਹੀਂ ਸੁੱਝਿਆ ਸਾਂਝ ਨੂੰ ਬਚਾਉਣ ਲਈ। ਅਸੀਂ ਬਿਨਾਂ ਸੋਚੇ ਸਮਝੇ ਟਰੈਵਲ ਪੈਕੇਜ ਕੈਂਸਲ ਕਰਕੇ ਪੈਸੇ ਲੈਣ ਦਾ ਸੋਚਿਆ। ਉਸ ਤੋਂ ਬਾਅਦ ਅਸੀਂ ਹਸਪਤਾਲ ਵਿੱਚ ਜਾ ਕੇ ਸਾਂਝ ਦੇ ਇਲਾਜ ਦੇ ਬਣਦੇ ਸਾਰੇ ਪੈਸੇ ਜਮ੍ਹਾਂ ਕਰਵਾ ਦਿੱਤੇ ਤੇ ਫਾਰਮ ਭਰ ਦਿੱਤੇ। ਪਰ ਉਸ ਤੋਂ ਇੱਕ ਹੋਰ ਮੁਸੀਬਤ ਆਣ ਪਈ ਕਿ ਸਾਂਝ ਦੀ ਹਾਰਟਬੀਟ ਅਚਾਨਕ ਤੇਜ਼ ਹੋ ਜਾਂਦੀ ਸੀ ਤੇ ਅਚਾਨਕ ਘੱਟ ਹੋ ਜਾਂਦੀ ਸੀ, ਜਿਸ ਕਰਕੇ ਆਪਰੇਸ਼ਨ ਕਰਨ ਵਿੱਚ ਕਾਫੀ ਪਰੇਸ਼ਾਨੀ ਹੋ ਸਕਦੀ ਸੀ ਤੇ ਸਾਂਝ ਦੀ ਜਾਨ ਵੀ ਜਾ ਸਕਦੀ ਸੀ। ਡਾਕਟਰ ਨੇ ਸਲਾਹ ਦਿੱਤੀ ਕਿ ਇੰਤਜ਼ਾਰ ਕੀਤਾ ਜਾਵੇ। ਕਰੀਬ 2 ਦਿਨਾਂ ਬਾਅਦ ਸਾਂਝ ਆਪਰੇਸ਼ਨ ਥੀਏਟਰ ਵਿੱਚ ਸੀ। ਅੱਧ ਵਿਚਕਾਰ ਹੀ ਆਪਰੇਸ਼ਨ ਥੀਏਟਰ ਦੀ ਲਾਈਟ ਬੁਝ ਗਈ ਤੇ ਅਸੀਂ ਅਚਾਨਕ ਹੋਰ ਵੀ ਜ਼ਿਆਦਾ ਪਰੇਸ਼ਾਨ ਹੋ ਗਏ। ਡਾਕਟਰ ਨੇ ਜਲਦੀ ਸਟਾਫ ਨੂੰ ਬੁਲਾ ਕੇ ਸਾਂਝ ਨੂੰ ਐਮਰਜੈਂਸੀ ਵਾਰਡ ਵਿੱਚ ਸ਼ਿਫਟ ਕਰ ਦਿੱਤਾ। ਸਾਡੇ ਪੁੱਛਣ ਤੇ ਉਹਨਾਂ ਨੇ ਦੱਸਿਆ ਕਿ ਸਾਂਝ ਦੀ ਧੜਕਣ ਬਹੁਤ ਜ਼ਿਆਦਾ ਵੱਧ ਚੁੱਕੀ ਹੈ। ਇਸ ਹਾਲਤ ਵਿੱਚ ਆਪਰੇਸ਼ਨ ਕੀਤਾ ਗਿਆ ਤਾਂ ਅਸੀਂ ਉਸ ਨੂੰ ਬਚਾ ਨਹੀਂ ਸਕਾਂਗੇ। ਇਸ ਬਾਅਦ ਮੈਂ ਤੇ ਹਰਵਿੰਦਰ ਨੇ ਤੇ ਸੁਖ ਦੀ ਸਹੇਲੀ ਨੇ ਇੱਕ ਪਲ ਗਿਣ ਕੇ ਕੱਟਿਆ ਤੇ ਬਹੁਤ ਅਰਦਾਸਾਂ ਕੀਤੀਆਂ। 24 ਘੰਟੇ ਬਾਅਦ ਸਾਨੂੰ ਚੰਗੀ ਖਬਰ ਮਿਲੀ ਕਿ ਸਾਂਝ ਹੁਣ ਬਿਲਕੁਲ ਠੀਕ ਹੈ। ਸਾਂਝ ਅੱਜ ਹੁਣ ਖੁਦ ਡਾਕਟਰ ਬਣ ਚੁੱਕੀ ਹੈ। ਜਦੋਂ ਵੀ ਉਸ ਨੂੰ ਮਿਲਣ ਲਈ ਹਸਪਤਾਲ ਜਾਈਦਾ ਹੈ, ਸਾਨੂੰ ਐਮਰਜੈਂਸੀ ਵਾਰਡ ਦਾ ਉਹ ਦਿਨ ਆਪ ਮੁਹਾਰੇ ਯਾਦ ਆ ਜਾਂਦਾ ਹੈ। ਜਦੋਂ ਵੀ ਸਾਂਝ ਡਾਕਟਰ ਦੀ ਡਰੈਸ ਵਿੱਚ ਆ ਕੇ ਗੱਲ ਲੱਗਦੀ ਹੈ, ਬਸ ਅੱਖਾਂ ਬੰਦ ਕਰਕੇ ਰੱਬ ਦਾ ਸ਼ੁਕਰ ਕਰ ਲਈਦਾ ਹੈ। ਧੰਨਵਾਦ।